Hello students, this is part 2 of lesson 3rd of geography, the changing earth. So our next topic is types of volcanoes. In the last video we have discussed about the volcanoes. Okay, what are the volcanoes that we have earlier discussed in the last video. Now we will continue the further types of volcanoes. On the basis of the frequency of eruption, volcanoes are classified into three types. Mainly first is active volcanoes. ठीक है, एक्टिव volcanoes वो होंगे बेटा जी जो लावा गैस ਐਸ਼ੇਜ ਤੇ ਰੌਕਸ ਨੂੰ ਰੈਗੂਲਰਲੀ ਫਰੀਕੁਐਂਟਲੀ ਮੀਨਸ ਹੁੰਦਾ ਰੈਗੂਲਰਲੀ ਥਰੂ ਆਊਟ ਕਰਦੇ ਮੀਨਸ ਬਾਹਰ ਕੱਢਦੇ ਰਹਿੰਦੇ ਆ। ਠੀਕ ਹੈ, ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ, ਲਿਵਿੰਗ ਵੋਲਕੈਨੋਸ ਕਿਹਾ ਜਾਂਦਾ ਹੈ। ਠੀਕ ਹੈ, ਦੋ ਐਗਜ਼ਾਮਪਲ ਦਿੱਤੀਆਂ ਹੋਈਆਂ ਇਹਦੇ ਤੇ, ਡੈਟ ਇਜ਼ ਸਟ੍ਰੋਬੋਲੀ ਐਂਡ ਈਟਨਾ, where these are in Italy. Okay, so these are active volcanoes. Okay, these are the name of volcanoes, Stromboli and Etna, in which country? Italy. Okay, these are the examples of living volcanoes or active volcanoes. और second kind is dormant volcanoes. ठीक है, dormant volcanoes वो होंगे बेटा ਜਿਹੜੇ कि ਕਾਫੀ ਟਾਈਮ ਤੋਂ ਇਰਪਟ ਨਹੀਂ ਹੋਏ ਅਤੇ ਕੁਆਇਟ ਨੇ। ਠੀਕ ਹੈ, ਇਰਪਟ ਹੋਣ ਤੋਂ ਬਾਅਦ ਕੀ ਆ, ਹੁਣ ਉਹ ਕੁਆਇਟ ਨੇ ਮੀਨਸ ਸ਼ਾਂਤ ਨੇ। ਠੀਕ ਹੈ, ਅਤੇ ਇਹਨਾਂ ਦੇ ਵਿੱਚ ਕੋਈ ਇੰਡੀਕੇਸ਼ਨ ਵੀ ਨਹੀਂ ਹੈ ਨੀਅਰ ਫਿਊਚਰ ਦੇ ਵਿੱਚ ਕਿ ਉਹ ਦੁਬਾਰਾ ਇਰਪਟ ਹੋਣਗੇ। ਠੀਕ ਹੈ, ਇਹਨਾਂ ਨੂੰ ਕੀ ਕਿਹਾ ਗਿਆ ਬੇਟਾ, ਸਲੀਪਿੰਗ ਵੋਲਕੈਨੋਸ ਕਿਹਾ ਗਿਆ। ਮੀਨਸ ਇਹ ਸੌ ਰਹੇ ਆ ਜੇ, they are not dead but they are sleeping, means they are living but they are sleeping. ठीक है, they may erupt in future. ठीक है, example is Vesuvius in Italy. Okay, example is Vesuvius in Italy. Okay, this is the example of dormant volcano. And third kind is extinct volcano. ठीक है, extinct word means that is you can say no more longer, like dead. Okay, this kind of volcanoes are not erupted for even 100 years. Okay, तो ਇਹਨਾਂ ਨੂੰ ਕੀ ਕਹਿੰਦੇ ਨੇ ਬੇਟਾ, ਡੈਡ ਵੋਲਕੈਨੋਸ ਕਹਿੰਦੇ ਨੇ। ਇਹਨਾਂ ਦੀ ਐਗਜ਼ਾਮਪਲ ਦਿੱਤੀ ਹੋਈ ਹੈ ਕਿਲੀਮਾਂਜਾਰੋ ਇਨ ਅਫਰੀਕਾ ਐਂਡ ਰੇਨੀਅਰ ਇਨ USA। ਠੀਕ ਹੈ, ਕਿਲੀਮਾਂਜਾਰੋ ਇਨ ਅਫਰੀਕਾ ਐਂਡ ਰੇਨੀਅਰ ਇਨ USA, ਇਹ ਦੋਨੋਂ ਕੀ ਨੇ ਬੇਟਾ, ਡੈਡ ਵੋਲਕੈਨੋਸ ਨੇ। ਮੀਨਸ ਕੀ ਨੇ, ਇਹ ਐਕਸਟੈਂਟ ਵੋਲਕੈਨੋਸ ਨੇ, ਇਹ ਕਦੇ ਵੀ ਇਰਪਟ ਨਹੀਂ ਹੋਏ ਪਿਛਲੇ 100 ਸਾਲਾਂ ਤੋਂ ਜਾਂ 1000 ਸਾਲ ਤੋਂ ਆਪਾਂ ਕਹਿ ਸਕਦੇ ਹਾਂ। ਓਕੇ, ਹੁਣ ਇਹ ਹੋ ਗਈਆਂ ਬੇਟਾ ਤਿੰਨੇ ਕਾਈਂਡ ਸੀਗੀਆਂ ਵੋਲਕੈਨੋਸ ਦੀਆਂ। ਠੀਕ ਹੈ, ਵੋਲਕੈਨੋਸ 3 ਕਾਈਂਡ ਦੇ ਹੋ ਗਏ। ਓਕੇ, ਐਕਟਿਵ, ਡੋਰਮੈਂਟ ਐਂਡ ਐਕਸਟੈਂਟ ਵੋਲਕੈਨੋ। ਫਰਦਰ ਆਪਾਂ ਇਹਨਾਂ ਦੀ ਡਿਸਟਰੀਬਿਊਸ਼ਨ ਦੇਖਦੇ ਹਾਂ ਵੀ ਜਿਹੜੇ ਵੋਲਕੈਨੋਸ ਨੇ ਉਹ ਅਰਥ ਦੇ ਉੱਪਰ ਉਹਨਾਂ ਦੀ ਡਿਸਟਰੀਬਿਊਸ਼ਨ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਮੋਸਟ ਆਫ ਦ ਵਰਲਡ ਐਕਟਿਵ ਵੋਲਕੈਨੋਸ ਫਾਰਮ ਅ ਸਰਕੂਲਰ ਬੈਲਟ ਅਰਾਊਂਡ ਦਾ ਪੈਸੀਫਿਕ ਓਸ਼ੀਅਨ। ਓਕੇ, ਜਿਹੜਾ ਪੈਸੀਫਿਕ ਓਸ਼ੀਅਨ ਹੈ ਉਹਦੇ ਦੁਆਰਾ ਇੱਕ ਸਰਕੂਲਰ ਬੈਲਟ ਬਣਾਉਂਦੇ ਨੇ। ਆਪਾਂ ਨੈਕਸਟ ਪੇਜ 'ਤੇ ਮੈਪ ਵੀ ਦੇਖਾਂਗੇ ਬੇਟਾ। ਦੈਟ ਇਜ਼ ਵਾਈ ਦਿਸ ਇਜ਼ ਬੈਲਟ ਇਜ਼ ਕਾਲਡ ਪੈਸੀਫਿਕ ਰਿੰਗ ਆਫ ਫਾਇਰ। ਠੀਕ ਹੈ, ਗੋਲ ਸਰਕਲ ਬਣਾਉਂਦੇ ਨੇ ਪੈਸੀਫਿਕ ਸੀ ਦੇ ਰਾਊਂਡ ਅਤੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਹਾ ਜਾਂਦਾ ਹੈ ਪੈਸੀਫਿਕ ਰਿੰਗ ਆਫ ਫਾਇਰ। ਠੀਕ ਹੈ, ਦਿਸ ਰਿੰਗ ਕੋਇਨਸਾਈਡਸ ਵਿਦ ਦ ਐਜ ਆਫ ਦ ਲਿਥੋਸਫੇਰਿਕ ਪਲੇਟਸ। ਠੀਕ ਹੈ, ਕੋਇਨਸਾਈਡ ਹੁੰਦਾ ਹੈ ਮਿਲਣਾ, ਕਿਸੇ ਚੀਜ਼ ਦਾ ਜੁਆਇਨ ਹੋਣਾ। ਠੀਕ ਹੈ, ਕੋਇਨਸਾਈਡ ਹੁੰਦੇ ਨੇ ਜਾ ਕੇ ਕਿਹਦੇ ਐਜ ਨਾਲ, ਲਿਥੋਸਫੇਰਿਕ ਪਲੇਟਸ ਦੇ ਨਾਲ ਨੀਚੇ। ਦ ਸੈਕਿੰਡ ਬੈਲਟ ਆਫ ਵੋਲਕੈਨੋ ਇਜ਼ ਫਾਊਂਡ ਅਲੋਂਗ ਦ ਮੈਡੀਟੇਰੀਅਨ ਸੀ एंड इज़ कॉल्ड द मिड वर्ल्ड माउंटेन बेल्ट। ओके, सेकेंड काइंड बेटा कौन सी है, मिड वर्ल्ड माउंटेन बेल्ट। ठीक है, दिस बेल्ट हैज़ मोस्टली डॉर्मेंट एंड एक्सटेंट वोल्कैनोज। ठीक है, बट जी पैसीफिक रिंग ऑफ फायर है वो सारे की एक्टिव वोल्कैनोज ने। जी मिड वर्ल्ड माउंटेन बेल्ट है ये की ने डॉर्मेंट ते एक्सटेंट वोल्कैनोज ने। ओके, तो नैक्सट पेज पे फर्स्टली वी विल सी द मैप। ठीक है, दिस इज़ अ मैप एंड दिस इज़ अ this belt। ठीक है, this belt is a Pacific ring of fire, this side and this side। okay, this one। okay, this is the Pacific ring of fire। okay, and another one is, this one is Mediterranean ਜਿਹੜੀ ਹੈਗੀ ਹੈ ਬੇਟਾ, ਮੈਡੀਟੇਰੀਅਨ ਸੀ ਦੇ ਵਿਚਕਾਰ ਜਿਹੜੀ ਹੈਗੀ ਮਿਡ ਵਰਲਡ ਰੇਂਜ ਹੈ, ਦੈਟ ਇਜ਼ ਕਾਲਡ ਮਿਡ ਵਰਲਡ ਰੇਂਜ। ਓਕੇ, ਦੈਟ ਇਜ਼ ਪੈਸੀਫਿਕ ਰੇਂਜ। ਓਕੇ, ਤਾਂ ਮੋਸਟਲੀ ਜੋ ਵੋਲਕੈਨੋਜ਼ ਨੇ ਇਹ ਜਿਹੜੇ ਹੈਗੇ ਜਾਪਾਨ ਦੇ ਵਿੱਚ ਰਹਿ ਜਾਂਦੇ ਬੇਟਾ। ਜਾਪਾਨ ਤੋਂ ਇਲਾਵਾ ਜਿਹੜੇ ਸਾਊਥ ਈਸਟ ਏਸ਼ੀਆ ਦੇ ਕੰਟਰੀਜ਼ ਨੇ, ਇੰਡੋਨੇਸ਼ੀਆ, ਠੀਕ ਹੈ, ਮਲੇਸ਼ੀਆ, ਸਿੰਗਾਪੁਰ ਵਗੈਰਾ। ਠੀਕ ਹੈ, ਇੱਥੇ ਸਾਰੀ ਇਹ ਬੈਲਟ ਜਿਹੜੀ ਹੈਗੀ ਹੈ
ਲੋਕੇਟਡ ਹੈਗੀ ਆ। ਓਕੇ, ਤੋ ਹੇਅਰ ਗਿਵਨ ਵਨ ਐਗਜ਼ਾਮਪਲ ਆਲਸੋ, ਠੀਕ ਹੈ, ਦੈਟ ਇਜ਼ Fujiyama in Japan is one of the world's most beautiful volcanic mountain. The Deccan Plateau of India was probably formed due to the fissure eruption। ठीक है, जो बेटा ये जापान ਦੇ ਵਿੱਚ ਆਪਾਂ ਮੈਪ ਤੇ ਦੇਖੀਏ, ਠੀਕ ਹੈ, ਜਿਹੜਾ ਫਿਊਜੀਆਮਾ ਜਿਹੜਾ ਹੈਗਾ ਵੋਲਕੈਨੋ ਹੈ, ਠੀਕ ਹੈ, ਇਹ ਐਕਟਿਵ ਵੋਲਕੈਨੋ ਹੈ ਐਂਡ ਦਿਸ ਇਜ਼ ਅ ਵੈਰੀ ਬਿਊਟੀਫੁਲ ਪਲੇਸ। ਠੀਕ ਹੈ, ਤਾਂ ਮੋਸਟਲੀ ਇਹ ਕਿਹੜੇ ਪਾਰਟ ਦੇ ਵਿੱਚ ਆ ਜਾਂਦਾ, ਜਿਹੜੀ ਆਪਣੀ ਪੈਸੀਫਿਕ ਰਿੰਗ ਆਫ ਫਾਇਰ ਬੈਲਟ ਹੈਗੀ ਇਹ ਵਾਲੀ, ਇਹਦਾ ਪਾਰਟ ਹੈ ਇਹ ਵਰਲਡ ਦਾ ਜਿਹੜਾ ਹੈਗਾ ਇੱਕੋ ਇੱਕ ਲਾਰਜੈਸਟ ਜਿਹੜਾ ਵੋਲਕੈਨੋ ਹੈ, ਐਕਟਿਵ ਵੋਲਕੈਨੋ ਹੈ ਬੇਟਾ। ਓਕੇ, ਨੈਕਸਟ ਬੇਟਾ ਹੈਗਾ ਸੈਕਿੰਡ ਟੋਪਿਕ ਆਪਣਾ ਹੈਗਾ ਅਰਥਕੁਏਕਸ। ਓਕੇ, ਅਰਥਕੁਏਕਸ ਯੂ ਨੋ ਅਰਲੀਅਰ ਕਲਾਸਿਸ ਆਲਸੋ ਵੀ ਹੈਵ ਲਰਨਡ ਅਬਾਊਟ ਦ ਅਰਥਕੁਏਕ। ਓਕੇ, ਇਹਦੇ ਲਈ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਬੇਟਾ ਅਰਥਕੁਏਕਸ ਦੇ ਲਈ। ਓਕੇ, ਜਿਹੜੇ ਭੂਚਾਲ ਹੁੰਦੇ ਨੇ ਉਹਨਾਂ ਦੇ ਆਉਣ ਦੇ ਲਈ, ਜਿਸ ਤਰ੍ਹਾਂ ਕਿ ਵੋਲਕੈਨੋ ਦੀ ਇਰਪਸ਼ਨਸ ਹੋ ਗਈ, ਮੂਵਮੈਂਟ ਆਫ ਲਿਥੋਸਫੇਰਿਕ ਪਲੇਟ ਹੋ ਗਈ, ਠੀਕ ਹੈ, ਈਵਨ ਕਿ ਜੇ ਕਿਸੇ ਹਾਈਡਰੋਜਨ ਜਾਂ ਕੋਈ ਪਰਮਾਣੂ ਜਿਹੜੀ ਲਾਰਜ ਇੰਟੈਂਸਿਟੀ ਦਾ ਬੰਬ ਵੀ ਐਕਸਪਲੋਡ ਕੀਤਾ ਜਾਵੇ ਤਾਂ ਉਹਦੇ ਨਾਲ ਵੀ ਕੀ ਹੋ ਸਕਦਾ ਹੈਗਾ, ਕਈ ਵਾਰ ਅਰਥਕੁਏਕਸ ਆ ਸਕਦੇ ਨੇ। ਓਕੇ, ਅਤੇ ਇਹਦੀ ਜਿਹੜੀ ਪਲੇਸ ਹੁੰਦੀ ਹੈ ਜਿੱਥੋਂ ਕਿ ਸ਼ੁਰੂ ਹੁੰਦਾ, ਪਲੇਸ ਆਫ ਓਰੀਜਨ। ਓਕੇ, ਪਲੇਸ ਆਫ ਓਰੀਜਨ ਆਫ ਅਰਥਕੁਏਕ ਇਜ਼ ਕਾਲਡ ਫੋਕਸ। ਠੀਕ ਹੈ, ਮੀਨਜ਼ ਧਰਤੀ ਦੇ ਵਿਚਕਾਰ ਜੇ ਆਪਾਂ ਗੱਲ ਕਰੀਏ ਜਿੱਥੋਂ ਇਹ ਸੈਂਟਰ ਪੁਆਇੰਟ ਜਿੱਥੋਂ ਸ਼ੁਰੂ ਹੁੰਦਾ, ਠੀਕ ਹੈ, ਇਨ ਦਾ ਅਰਥ, ਠੀਕ ਹੈ, ਉਹ ਉਸ ਪਾਰਟ ਨੂੰ ਕੀ ਕਹਿੰਦੇ ਆ, ਫੋਕਸ ਕਹਿੰਦੇ ਨੇ। ਦਾ ਪੁਆਇੰਟ ਔਨ ਦਾ ਅਰਥ ਇਜ਼ ਸਰਫੇਸ, ਬਟ ਜਿਹੜਾ ਸਰਫੇਸ ਤੇ ਅਰਥ ਦੀ ਸਰਫੇਸ ਦੇ ਉੱਪਰ ਵਾਲਾ ਪੁਆਇੰਟ ਹੁੰਦਾ ਉਹਨੂੰ ਕੀ ਬੋਲਦੇ ਬੇਟਾ, ਐਪੀਸੈਂਟਰ ਬੋਲਦੇ ਆ। ਓਕੇ, ਦਾ ਵਾਈਬ੍ਰੇਸ਼ਨ ਆਫ ਐਨ ਅਰਥਕੁਏਕ spread out as concentric waves from the focus. The intensity of an earthquake is maximum near the epicenter। okay, ਤਾਂ ਬੇਟਾ ਜਿਹੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ, ਵਾਈਬ੍ਰੇਸ਼ਨਸ ਮੀਨਜ਼ ਆਪਾਂ ਕਹਿੰਦੇ ਹਾਂ ਜਿਹੜੀਆਂ ਵੇਵਸ ਆਉਂਦੀਆਂ ਨੇ ਅਰਥਕੁਏਕ ਦੀਆਂ, ਜਿਹਦੇ ਨਾਲ ਕਿ ਜਿਹੜੀ ਕਰਸਟ ਹੈ ਉਹਦੇ ਵਿੱਚ ਥੋੜ੍ਹੀ ਕੰਬਣੀ ਛਿੜਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਮੂਵਮੈਂਟ ਹੁੰਦੀ ਹੈ, ਜਿਹੜੀ ਹੈਗੀ ਆ ਉਹ ਹਿਲਦੀ ਹੈ ਆਪਸ ਦੇ ਵਿੱਚ। ਠੀਕ ਹੈ, ਤਾਂ ਉਹ ਬਹੁਤ ਜ਼ਿਆਦਾ ਕੰਸਨਟ੍ਰਿਕ ਹੁੰਦੀਆਂ ਨੇ, ਮੀਨਸ ਸੰਘਣੀਆਂ ਹੁੰਦੀਆਂ ਨੇ। ਠੀਕ ਹੈ, ਫੋਕਸ ਦੇ ਕੋਲ। ਠੀਕ ਹੈ, ਫੋਕਸ ਤੋਂ ਬਾਅਦ ਜਿਹੜੀ ਜਦੋਂ ਜਿੰਨਾ ਉਹ ਫੋਕਸ ਤੋਂ ਦੂਰ ਚਲੀਆਂ ਜਾਂਦੀਆਂ ਨੇ ਵੇਵਜ਼, ਉਨੀ ਉਹਨਾਂ ਦੀ ਇੰਟੈਂਸਿਟੀ ਹੈ ਜਿਹੜੀ ਉਹ ਲੋ ਹੁੰਦੀ ਜਾਂਦੀ ਹੈ, ਘਟਦੀ ਹੁੰਦੀ ਹੈ। ਠੀਕ ਹੈ, ਤਾਂ ਇਹਦੇ ਸਭ ਤੋਂ ਜ਼ਿਆਦਾ ਫਿਰ ਜਿਹੜੀ ਮੈਕਸੀਮਮ ਇੰਟੈਂਸਿਟੀ ਹੋਏਗੀ ਉਹ ਐਪੀਸੈਂਟਰ 'ਤੇ ਹੋਏਗੀ, ਕਿਉਂਕਿ ਐਪੀਸੈਂਟਰ ਕੀ ਹੁੰਦਾ ਹੈ, ਜਸਟ ਫੋਕਸ ਦੇ ਉੱਪਰ ਵਾਲਾ ਹੁੰਦਾ ਹੈ। ਠੀਕ ਹੈ, ਲਾਈਕ ਜਿਸ ਤਰ੍ਹਾਂ ਕੀ ਹੈ ਬੇਟਾ, ਦਿਸ ਇਜ਼ ਅ ਅਰਥ, ਠੀਕ ਹੈ, ਹੇਅਰ ਇਜ਼ ਅ ਕਰਸਟ। ਠੀਕ ਹੈ, ਤਾਂ ਇੱਥੋਂ ਕੀ ਹੈ ਜਿਹੜਾ ਅਰਥਕੁਏਕ ਸ਼ੁਰੂ ਹੁੰਦਾ ਹੈ, ਤਾਂ ਇਹ ਕੀ ਹੈ ਬੇਟਾ, ਆਪਣਾ ਫੋਕਸ ਹੈ। ਠੀਕ ਹੈ, ਫੋਕਸ ਦੇ ਜਸਟ ਉੱਪਰ ਵਾਲੀ ਸਾਈਡ, ਠੀਕ ਹੈ, ਇਹ ਅਰਥ ਦੀ ਸਰਫੇਸ ਹੋ ਗਈ, ਤਾਂ ਇਹ ਕੀ ਹੋ ਗਿਆ, ਆਪਣਾ ਐਪੀਸੈਂਟਰ ਹੋ ਗਿਆ। ਠੀਕ ਹੈ, ਤਾਂ ਜਿਹੜੀਆਂ ਇਹ ਵੇਵਸ ਹੋਣਗੀਆਂ ਇਹਦੇ ਦੁਆਰਾ ਇਸ ਤਰ੍ਹਾਂ ਵੇਵਸ ਜਾਣਗੀਆਂ। ਠੀਕ ਹੈ, ਤਾਂ ਇਹਨਾਂ ਵੇਵਸ ਦੀ ਜਿਹੜੀ ਇੰਟੈਂਸਿਟੀ ਹੈ ਬੇਟਾ ਉਹ ਸਭ ਤੋਂ ਜ਼ਿਆਦਾ ਕਿੱਥੇ ਹੋਏਗੀ, ਐਪੀਸੈਂਟਰ ਦੇ ਉੱਤੇ ਹੋਊਗੀ। ਓਕੇ, ਅਤੇ ਜਿੰਨੀ ਜ਼ਿਆਦਾ ਇਹ ਤੋਂ ਜਿਹੜੀ ਦੂਰੀ ਵੱਧਦੀ ਜਾਏਗੀ ਐਪੀਸੈਂਟਰ ਅਤੇ ਫੋਕਸ ਤੋਂ, ਉਨੀ ਜ਼ਿਆਦਾ ਜਿਹੜੀ ਵੇਵਸ ਦੀ ਇੰਟੈਂਸਿਟੀ ਆ ਉਹ ਲੋ ਹੁੰਦੀ ਜਾਏਗੀ। ਓਕੇ, ਤੋ ਦਿਸ ਇਜ਼ ਸ਼ੋਨ ਇਨ ਪਿਕਚਰ ਆਲਸੋ। ਠੀਕ ਹੈ, ਯੂ ਕੈਨ ਸੀ ਔਨ ਯੂਰ ਬੁੱਕ ਆਲਸੋ। ਠੀਕ ਹੈ, ਦਿਸ ਇਜ਼ ਅ ਫੋਕਸ ਐਂਡ ਦਿਸ ਇਜ਼ ਅ ਐਪੀਸੈਂਟਰ। ਓਕੇ, ਇਹ ਜਿਹੜੇ ਰਾਊਂਡ ਸਰਕਲਸ ਦਿਖਾਏ ਗਏ ਨੇ ਬੇਟਾ, ਇਹ ਕੀ ਨੇ, ਇਹ ਵੇਵਸ ਨੇਗੀਆਂ। ਠੀਕ ਹੈ, ਵੇਵਸ ਜਿੰਨਾ ਸਪਰੈਡ ਹੁੰਦੀਆਂ ਜਾਂਦੀਆਂ ਨੇ, ਇਹਨਾਂ ਦੀ ਜਿਹੜੀ ਇੰਟੈਂਸਿਟੀ ਆ ਉਹ ਲੋ ਹੁੰਦੀ ਜਾਂਦੀ ਹੈ। ਓਕੇ, ਇਸ ਤਰ੍ਹਾਂ ਦੇਖੋ ਕਰਸਟ ਦੇ ਵਿੱਚ ਵੀ ਉੱਪਰ ਅੱਗੇ ਫੈਲ ਰਹੀਆਂ ਨੇ। ਠੀਕ ਹੈ, ਤਾਂ ਇਹ ਜਿਹੜਾ ਇਹ ਕਿਨਾਰਾ ਹੁੰਦਾ ਇਹਨੂੰ ਵੇਵ ਫਰੰਟ ਬੋਲਦੇ ਆ। ਠੀਕ ਹੈ, ਬਾਕੀ ਜਿਹੜੀਆਂ ਵੇਵਸ ਨੇ ਉਹ ਜਿਹੜਾ ਹੈਗਾ ਚਾਰੋਂ ਸਾਈਡਸ ਜਾਂਦੀਆਂ ਨੇ, ਇਹ ਨਹੀਂ ਹੈਗਾ ਵੀ ਕੋਈ ਉੱਪਰ ਵੱਲ ਹੀ ਆਉਣਗੀਆਂ, ਨੀਚੇ ਅਰਥ ਵਿੱਚ ਵੀ ਜਾਂਦੀਆਂ ਨੇ। ਅਤੇ ਬਟ ਜਿਹੜੀ ਜੇ ਅਰਥ ਦੀ ਕਰਸਟ ਉੱਪਰ ਉਹ ਵਾਲਾ ਪਾਰਟ ਹੀ ਆਏਗਾ ਜਿਹੜਾ ਕਿ ਆਪਾਂ ਕਹਿੰਦੇ ਨੀਅਰ ਵਾਲਾ ਪਾਰਟ ਆਏਗਾ। ਠੀਕ ਹੈ, ਬਾਕੀ ਜਿਹੜਾ ਅਰਥ ਦੇ ਉਹ ਜਿਹੜੇ ਬਾਕੀ ਵੇਵਸ ਅਰਥ ਦੇ ਵਿੱਚ ਜਾ ਕੇ ਵਿੱਚ ਹੀ ਉਹ ਖਤਮ ਹੋ ਜਾਂਦੀਆਂ ਨੇ। ਬਟ ਜਿਹੜੀਆਂ ਇਹ ਵਾਲੀਆਂ ਵੇਵਸ ਨੇ ਇਹ ਉੱਪਰ ਆ ਕੇ ਕੀ ਹੈ, ਅਰਥ ਦੇ ਉੱਪਰ ਡਿਸਟਰਕਸ਼ਨ ਦਾ ਕਾਰਨ ਬਣਦੀਆਂ ਨੇ। ਓਕੇ, ਤੋ ਫਰਦਰ ਵੀ ਵਿਲ ਡਿਸਕਸ ਦਾ ਟਾਈਪਸ ਆਫ ਅਰਥਕੁਏਕ ਵੇਵਸ। ਓਕੇ, ਅਕੋਰਡਿੰਗ ਟੂ ਦਾ ਮੋਡ ਆਫ ਟਰੈਵਲ, ਮੀਨਸ ਉਹਨਾਂ ਦੀ ਜਿਹੜੀ ਸਪੀਡ ਹੈ, ਓਕੇ, ਉਹਨਾਂ ਦੀ ਜਿਹੜੀ ਗਤੀ ਹੈ ਬੇਟਾ, ਉਸ ਦੇ ਆਧਾਰ 'ਤੇ ਆਪਾਂ ਜਿਹੜੀਆਂ ਵੇਵਸ ਨੂੰ ਕਲਾਸੀਫਾਈਡ ਕਰ ਸਕਦੇ ਹਾਂ 3 ਟਾਈਪਸ ਦੇ ਵਿੱਚ। ਵਨ ਇਜ਼ ਪ੍ਰਾਇਮਰੀ ਵੇਵਸ। ਪ੍ਰਾਇਮਰੀ ਵੇਵਸ ਬੇਟਾ ਇਹਨਾਂ ਨੂੰ ਪੀ ਵੇਵਸ ਵੀ ਕਿਹਾ ਜਾਂਦਾ ਜਾਂ ਪੁਸ਼ ਵੇਵਸ ਵੀ ਕਹਿੰਦੇ ਨੇ। ਠੀਕ ਹੈ, ਇਹ ਸਭ ਤੋਂ ਪਹਿਲੀਆਂ ਹੁੰਦੀਆਂ ਨੇ, ਫਸਟ ਟੂ ਅਰਾਈਵ। ਓਕੇ, ਐਜ਼ ਦੇ ਆਰ ਫਾਸਟੈਸਟ। ਠੀਕ ਹੈ, ਅਤੇ ਬਹੁਤ ਜ਼ਿਆਦਾ ਤੇਜ਼ ਇਹ ਟਰੈਵਲ ਕਰਦੀਆਂ ਨੇ। ਇਹਨਾਂ ਦੀ ਜਿਹੜੀ ਗ੍ਰੈਜੂਅਲ ਸਪੀਡ ਹੈ ਉਹ ਕੀ ਹੈ, 6 ਕਿਲੋਮੀਟਰ ਪਰ ਸੈਕਿੰਡ ਹੈਗੀ, 1 ਸੈਕਿੰਡ ਦੇ ਵਿੱਚ 6 ਕਿਲੋਮੀਟਰ ਇਹਨਾਂ ਦੀ ਸਪੀਡ ਹੈ। ਦੀਜ਼ ਵੇਵਸ ਕਾਜ਼ ਰਿਲੇਟਿਵਲੀ ਸਮਾਲ ਡਿਸਪਲੇਸਮੈਂਟ। ਠੀਕ ਹੈ, ਕਿਉਂਕਿ ਇਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਕਰਕੇ ਜਿਹੜੀ ਸ਼ੇਕਿੰਗ ਆ ਉਹ ਘੱਟ ਹੁੰਦੀ ਹੈ।
ਸੈਕਿੰਡ ਵਾਲੀਆਂ ਵੇਵਜ਼ ਹੁੰਦੀਆਂ ਬੇਟਾ ਸੈਕੰਡਰੀ ਵੇਵਜ਼। ਸੈਕੰਡਰੀ ਵੇਵਜ਼ ਇਹਨਾਂ ਨੂੰ ਐਸ ਵੇਵਜ਼ ਕਹਿੰਦੇ ਆ ਔਰ ਸ਼ੇਕ ਵੇਵਜ਼ ਵੀ ਕਹਿੰਦੇ ਨੇ, ਕਿਉਂਕਿ ਇਹ ਥੋੜ੍ਹਾ ਜ਼ਿਆਦਾ ਸ਼ੇਕਿੰਗ ਕਰਦੀਆਂ ਨੇ, ਮੂਵਮੈਂਟ ਪੈਦਾ ਕਰਦੀਆਂ ਨੇ, ਜਿਹਦੇ ਨਾਲ ਕਿ ਡਿਸਟਰਕਸ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ, ਇਹ ਨੈਕਸਟ ਟੂ ਅਰਾਈਵ ਮੀਨਸ ਨੈਕਸਟ ਇਸ ਤੋਂ ਬਾਅਦ ਆਉਂਦੀਆਂ ਨੇ, ਪ੍ਰਾਇਮਰੀ ਵੇਵਜ਼ ਤੋਂ ਬਾਅਦ ਸੈਕੰਡਰੀ ਵੇਵਜ਼ ਆਉਂਦੀਆਂ ਨੇ ਬੇਟਾ। ਠੀਕ ਹੈ, ਰੇਟ ਆਫ ਮੂਵਮੈਂਟ ਇਜ਼ ਲੈਸ ਦੈਨ ਦੈਟ ਆਫ ਦਾ ਪੀ ਵੇਵਜ਼। ਠੀਕ ਹੈ, ਪੀ ਵੇਵਜ਼ ਨਾਲੋਂ ਪ੍ਰਾਇਮਰੀ ਵੇਵਜ਼ ਨਾਲੋਂ ਇਹਦਾ ਜਿਹੜਾ ਮੂਵਮੈਂਟ ਦਾ ਰੇਟ ਆ ਉਹ ਘੱਟ ਹੁੰਦਾ ਹੈ, ਮੀਨਸ ਇਹ ਹੌਲੀ ਇਹ ਟਰੈਵਲ ਕਰਦੀਆਂ ਨੇ ਅਰਥ ਦੇ ਵਿੱਚ। ਦੀਜ਼ ਵੇਵਜ਼ ਪ੍ਰੋਡਿਊਸ ਅ ਸਟਰੋਂਗ ਸ਼ੇਕਿੰਗ ਐਕਸ਼ਨ, ਬਟ ਇਹਨਾਂ ਦਾ ਜਿਹੜਾ ਸ਼ੇਕਿੰਗ ਐਕਸ਼ਨ ਹੈ, ਜਿਹੜਾ ਇਹ ਧਰਤੀ ਦੀ ਕਰਸਟ ਨੂੰ ਹਿਲਾਉਂਦੀਆਂ ਨੇ, ਉਹ ਬਹੁਤ ਸਟਰੋਂਗਲੀ ਹਿਲਾਉਂਦੀਆਂ ਨੇ, ਜਿਸ ਕਰਕੇ ਬਹੁਤ ਜ਼ਿਆਦਾ ਡਿਸਟਰਕਸ਼ਨ ਦਾ ਇਹ ਕਾਰਨ ਬਣਦੀਆਂ ਨੇ। ਠੀਕ ਹੈ, ਬਟ ਇਹਨਾਂ ਦੀ ਇੱਕ ਕੁਆਲਿਟੀ ਹੈ ਤੁਸੀਂ ਯਾਦ ਰੱਖਣੀ ਹੈ ਬੇਟਾ, ਦੇ ਡੂ ਨਾਟ ਪਾਸ ਥਰੂ ਦਾ ਲਿਕੁਇਡ ਮੀਨਸ ਜਿੱਥੇ ਜੇ ਅੱਗੇ ਸੀ ਫਲੋਰ ਆ ਜਾਂਦਾ ਤਾਂ ਸੀ ਫਲੋਰ ਦੇ ਵਿੱਚ ਕੀ ਇਹ ਮੂਵ ਨਹੀਂ ਕਰਦੀਆਂ। ਓਕੇ, ਉਹਦਾ ਨੈਕਸਟ ਬੇਟਾ ਫਰਦਰ ਜਿਹੜਾ ਹੈਗਾ 3 ਟਾਈਪਸ ਦੀਆਂ ਆਪਾਂ ਵੇਵਸ ਪੜ੍ਹੀਆਂ। ਠੀਕ ਹੈ, ਪ੍ਰਾਇਮਰੀ ਵੇਵ, ਸੈਕੰਡਰੀ ਵੇਵਸ। ਠੀਕ ਹੈ, ਨੈਕਸਟ ਪੇਜ 'ਤੇ ਜਿਹੜਾ ਹੈਗਾ ਸਰਫੇਸ ਵੇਵਸ ਆਏਗਾ। ਠੀਕ ਹੈ, ਉਸ ਤੋਂ ਜਿਹੜੀਆਂ ਸਰਫੇਸ ਵੇਵਸ ਤੋਂ ਡਿਸਕਸ਼ਨ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦਾ ਇੱਕ ਪਿਕਸ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਵੀ ਡਿਸਕਸ ਕਰ ਲਈਏ। ਠੀਕ ਹੈ, ਜਿਹੜੀ ਫਸਟ ਪਿਕਚਰ ਹੈਗੀ ਹੈ ਬੇਟਾ ਇਹ ਪ੍ਰਿਓਰ ਟੂ ਅਰਥਕੁਇਕ ਦੀ ਦਿੱਤੀ ਹੋਈ ਹੈ। ਠੀਕ ਹੈ, ਇਹ ਅਰਥ ਦੀ ਸਰਫੇਸ ਹੈ, ਇਹਦੇ ਉੱਪਰ ਫੈਂਸ ਲੱਗੀ ਹੋਈ ਹੈ, ਮੀਨਸ ਤਾਰ ਲੱਗੀ ਹੋਈ ਹੈ, ਪੋਲਸ ਲੱਗੇ ਹੋਏ ਆ। ਪੋਲ ਦੇ ਉੱਪਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਇੱਕ ਲੰਬੀ ਲਾਈਨ ਦੇ ਵਿੱਚ ਬਿਲਕੁਲ ਸਿਮੈਟਰੀ ਦੇ ਵਿੱਚ ਇੱਕ ਫੈਂਸ ਲੱਗੀ ਹੋਈ ਹੈ। ਠੀਕ ਹੈ, ਉਸ ਤੋਂ ਬਾਅਦ ਜਦੋਂ ਪੀ ਵੇਵਜ਼ ਆਉਂਦੀਆਂ ਨੇ, ਮੀਨਸ ਅਰਥਕੁਇਕ ਆਉਂਦਾ ਅਤੇ ਪ੍ਰਾਇਮਰੀ ਵੇਵਜ਼ ਆਉਂਦੀ ਹੈ ਬੇਟਾ, ਤਾਂ ਇਹਨਾਂ ਜਿਹੜਾ ਫੈਂਸ ਲੱਗੀ ਹੈ, ਫੈਂਸ ਦੀਆਂ ਜਿਹੜੀਆਂ ਇਹ ਗ੍ਰਿਲਸ ਲੱਗੀਆਂ ਨੇ, ਇਹ ਕੀ ਹੋ ਜਾਂਦੀਆਂ ਨੇ, ਕੰਪਰੈਸ ਹੋ ਜਾਂਦੀਆਂ ਨੇ, ਪਲੱਸ ਇਹ ਕੀ ਹੋ ਜਾਂਦੀਆਂ ਨੇ, ਐਕਸਪੈਂਡ ਹੋ ਜਾਂਦੀਆਂ ਨੇ ਇਨ ਦਾ ਸ਼ੇਪ ਆਫ ਵੇਵ। ਜਿਸ ਤਰ੍ਹਾਂ ਵੇਵ ਦੀ ਸ਼ੇਪ ਹੈ ਨਾ, ਜਿਸ ਤਰ੍ਹਾਂ ਉਹਦੀ ਇੰਟੈਂਸਿਟੀ ਆ ਉਸ ਦੇ ਤਰ੍ਹਾਂ ਇਹ ਐਕਸਪੈਂਡ ਹੋ ਜਾਂਦੀਆਂ ਨੇ, ਬਟ ਕੰਪਰੈਸ ਕਰ ਦਿੰਦੀ ਉਹਨਾਂ ਨੂੰ ਇਹ। ਓਕੇ, ਸੈਕਿੰਡ ਹੈਗੀ ਹੈ ਬੇਟਾ ਐਸ ਵੇਵ। ਠੀਕ ਹੈ, ਜਿਹੜਾ ਮੋਸ਼ਨ ਐਸ ਵੇਵਸ ਦੇ ਦੁਆਰਾ ਪ੍ਰੋਡਿਊਸ ਕੀਤਾ ਜਾਂਦਾ ਹੈ ਉਹਨੂੰ ਸ਼ੋ ਕੀਤਾ ਗਿਆ। ਠੀਕ ਹੈ, ਇਹਦੇ ਵਿੱਚ ਪਾਰਟੀਕਲਸ ਕੀ ਹੋ ਜਾਂਦੇ ਨੇ, ਮੂਵ ਹੋ ਜਾਂਦੇ ਨੇ। ਠੀਕ ਹੈ, ਇਨ ਦਾ ਸ਼ੇਪ ਆਫ ਰਾਈਟ ਐਂਗਲ। ਠੀਕ ਹੈ, ਰਾਈਟ ਐਂਗਲ ਆਪਾਂ ਨੂੰ ਪਤਾ ਹੈ 90 ਡਿਗਰੀ ਦਾ ਹੁੰਦਾ ਇਸ ਤਰ੍ਹਾਂ। ਠੀਕ ਹੈ, ਜੇ ਚੀਜ਼ ਇੱਥੇ ਪਈ ਹੈ ਤਾਂ ਇੱਧਰ ਹੋ ਜਾਏਗੀ, ਮੀਨ ਜੋ ਸ਼ੇਪ ਉਹਦੀ ਬਿਲਕੁਲ ਹੀ ਆਪੋਜਿਟ ਸਾਈਡ 'ਚ ਹੋ ਜਾਂਦੀ ਹੈ। ਇਸ ਤਰ੍ਹਾਂ ਦੇਖੋ ਕਿੰਨੀ ਜਿਹੜੀ ਹੈਗੀ ਆ ਗ੍ਰਿਲ ਦੇ ਵਿੱਚ ਬਿਲਕੁਲ ਵੇਵ ਦੀ, ਜਿੱਥੋਂ ਦੀ ਵੇਵ ਲੰਘੀਆਂ ਨੇ ਬੇਟਾ ਉੱਥੋਂ ਦੀ ਉਹਨੇ ਕਿੰਨਾ ਉਹਨੂੰ ਸਪਰੈਡ ਕਰਤਾ ਅੱਗੇ। ਠੀਕ ਹੈ ਨਾ, ਤਾਂ 90 ਡਿਗਰੀ ਦੇ ਐਂਗਲ ਤੱਕ ਵੀ ਇਹ ਕੀ ਕਰ ਸਕਦੀਆਂ ਨੇ, ਇਹ ਚੀਜ਼ ਨੂੰ ਮੂਵ ਕਰ ਸਕਦੀਆਂ ਨੇ। ਓਕੇ, ਐਂਡ ਲਾਸਟ ਵਾਲੀ ਹੈਗੀ ਹੈ ਬੇਟਾ ਆਪਣੀ ਸਰਫੇਸ ਵੇਵ ਹੈਗੀ। ਠੀਕ ਹੈ, ਆਪਾਂ ਨੈਕਸਟ ਪੇਜ 'ਤੇ ਆਪਾਂ ਪੜ੍ਹਦੇ ਹਾਂ ਇਹਦੇ ਬਾਰੇ ਵੀ। ਸਰਫੇਸ ਵੇਵ ਬੇਸਿਕਲੀ ਕੀ ਹੈ, ਸਰਫੇਸ ਦੇ ਉੱਪਰ ਹੀ ਆਉਂਦੀਆਂ ਨੇ, ਇਹ ਜ਼ਿਆਦਾ ਡੈਪਥ ਦੇ ਵਿੱਚ ਨਹੀਂ ਆਉਂਦੀਆਂ। ਅਤੇ ਇਹ ਜਿਹੜਾ ਹੈਗਾ ਇਹ ਵੇਵਜ਼ ਸਰਫੇਸ ਨੂੰ ਜਿਹੜਾ ਹੈਗਾ ਉੱਪਰ ਨੀਚੇ ਇਸ ਤਰ੍ਹਾਂ, ਜਿਸ ਤਰ੍ਹਾਂ ਸੀ ਵੇਵ ਹੁੰਦੀ ਹੈ ਨਾ, ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਪਾਣੀ ਦੀਆਂ, ਇਸ ਤਰ੍ਹਾਂ ਜਿਹੜਾ ਹੈਗਾ, ਜਾਂ ਆਪਾਂ ਕਹਿ ਸਕਦੇ ਹਾਂ ਡੈਜ਼ਰਟ ਦੇ ਵਿੱਚ ਜਿਹੜੇ ਡਿਊਨਸ ਬਣਦੀਆਂ ਨੇ, ਡਿਊਨਸ ਦੀ ਤਰ੍ਹਾਂ ਉੱਪਰ ਨੀਚੇ ਕਰ ਦਿੰਦੀ ਹੈ। ਅਤੇ ਇਹ ਜਿਹੜੀ ਹੈਗੀਆਂ ਬੇਟਾ ਸਰਫੇਸ ਵੇਵਜ਼ ਹੁੰਦੀਆਂ, ਸਭ ਤੋਂ ਜ਼ਿਆਦਾ ਡਿਸਟਰੈਕਸ਼ਨ ਦਾ ਕਾਰਨ ਬਣਦੀਆਂ ਨੇ। ਠੀਕ ਹੈ, ਬਟ ਇਹ ਬਹੁਤ ਰੇਅਰ ਆਉਂਦੀਆਂ ਨੇ। ਓਕੇ, ਬਹੁਤ ਘੱਟ ਆਉਂਦੀਆਂ ਨੇ ਬੇਟਾ। ਤੋ ਥਰਡ ਜਿਹੜੀ ਹੈਗੀ ਹੈ ਕਾਈਂਡ ਉਹ ਹੈਗੀ ਹੈ ਸਰਫੇਸ ਵੇਵਜ਼। ਠੀਕ ਹੈ, ਦ ਸਰਫੇਸ ਵੇਵਸ are the last to arrive and travel over the surface over the earth. These waves are very powerful and cause most of the ਡੈਮੇਜ। ਠੀਕ ਹੈ, ਬਹੁਤ ਖਤਰਨਾਕ ਹੁੰਦੀਆਂ ਨੇ ਅਤੇ ਸਭ ਤੋਂ ਜ਼ਿਆਦਾ ਨੁਕਸਾਨ ਇਹ ਕਰਦੇ ਨੇ। ਉਸ ਤੋਂ ਬਾਅਦ ਨੈਕਸਟ ਆਪਣਾ ਟੌਪਿਕ ਹੈਗਾ ਬੇਟਾ ਮੇਜਰਿੰਗ ਅਰਥਕੁਇਕਸ। ਠੀਕ ਹੈ, ਦਾ ਇੰਟੈਂਸਿਟੀ ਆਫ ਅਰਥਕੁਇਕ ਵੇਵ ਇਜ਼ ਮੇਜਰਡ ਬਾਈ ਦਾ ਰਿਕਟਰ ਸਕੇਲ। ਰਿਕਟਰ ਸਕੇਲ ਕੀ ਹੈ ਬੇਟਾ, ਇੱਕ ਯੂਨਿਟ ਹੈ ਜਿਹਦੇ ਦੁਆਰਾ ਆਪਾਂ ਕੀ ਕਰਦੇ ਹਾਂ, ਮੇਜਰ ਕਰਦੇ ਹਾਂ ਅਰਥਕੁਇਕ ਨੂੰ। ਜਿਸ ਤਰ੍ਹਾਂ ਆਪਾਂ ਵੇਟ ਮੇਜਰ ਕਰਨ ਲਈ ਕੇਜੀ ਕਿਲੋਗ੍ਰਾਮ ਯੂਜ਼ ਕਰਦੇ ਹਾਂ। ਠੀਕ ਹੈ, ਲੈਂਥ ਮੇਜਰ ਕਰਨ ਲਈ ਮੀਟਰ ਜਾਂ ਕਿਲੋਮੀਟਰ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਆਪਾਂ ਅਰਥਕੁਇਕ ਦੀ ਇੰਟੈਂਸਿਟੀ ਨੂੰ ਮੇਜਰ ਕਰਨ ਦੇ ਲਈ ਜਿਹੜਾ ਹੈਗਾ ਰਿਕਟਰ ਸਕੇਲ ਪੈਮਾਨੇ ਦੀ ਵਰਤੋਂ ਕਰਦੇ ਹਾਂ ਬੇਟਾ। ਇਹਦੇ ਲਈ ਜਿਹੜਾ ਟੂਲ ਵਰਤਿਆ ਜਾਂਦਾ, ਇੰਸਟਰੂਮੈਂਟ ਵਰਤਿਆ ਜਾਂਦਾ, ਉਹਨੂੰ ਸਿਸਮੋਗ੍ਰਾਫ ਕਹਿੰਦੇ ਨੇ। ਠੀਕ ਹੈ, ਉੱਪਰ ਇਹਦੀ ਪਿਕਚਰ ਵੀ ਦਿਖਾਈ ਗਈ ਹੈ। ਐਂਡ ਜੋ ਸਾਇੰਟਿਸਟ ਇਹਦੀ ਸਟੱਡੀ ਇਸ ਕਰਦਾ ਉਹਨੂੰ ਸਿਸਮੋਲੋਜਿਸਟ ਕਹਿੰਦੇ ਨੇ। ਐਂਡ ਜਿਹੜੀ ਇਹ ਬ੍ਰਾਂਚ ਹੈ ਸਾਇੰਸ ਦੀ, ਠੀਕ ਹੈ, ਸਟੱਡੀ ਆਫ ਅਰਥਕੁਇਕ ਇਜ਼ ਕਾਲਡ ਸਿਸਮੋਲੋਜੀ। ਠੀਕ ਹੈ, ਅਤੇ ਅਰਥਕੁਇਕ ਦੀ ਸਟੱਡੀ ਨੂੰ ਆਪਾਂ ਸਿਸਮੋਲੋਜੀ ਕਹਿੰਦੇ ਹਾਂ ਬੇਟਾ। ਐਂਡ ਜਿਹੜਾ ਸਾਇੰਟਿਸਟ ਇਹਦੀ ਸਟੱਡੀ ਕਰਦਾ ਦੈਟ ਇਜ਼ ਕਾਲਡ ਸਿਸਮੋਲੋਜਿਸਟ। ਓਕੇ, ਤਾਂ ਉੱਪਰ ਪਹਿਲੇ ਆਪਾਂ ਸਿਸਮੋਗ੍ਰਾਫ ਦੀ ਪਿਕ ਦੇਖ ਲੈਂਦੇ ਹਾਂ। ਠੀਕ ਹੈ, ਦਿਸ ਇਜ਼ ਅ ਪਿਕ ਆਫ ਸਿਸਮੋਗ੍ਰਾਫ। ਇਹਦੇ 'ਤੇ ਇੱਕ ਸਪਰਿੰਗ ਲੱਗਾ ਹੋਇਆ। ਠੀਕ ਹੈ, ਇੱਕ ਉਸ ਨੂੰ ਇੱਕ ਵਾਇਰ ਦੇ ਨਾਲ ਜਿਹੜਾ ਉਹਦੇ 'ਤੇ ਇੱਕ ਲਾਰਜ ਮਾਸ ਹੈਵੀ ਵੇਟ ਦਾ ਇੱਕ ਜਿਹੜਾ ਹੈਗਾ ਟੂਲ ਲੱਗਿਆ ਹੋਇਆ ਬੇਟਾ। ਉਸ ਦੇ ਸਾਹਮਣੇ ਕੀ ਹੈ, ਇੱਕ ਰੋਲਰ ਦੇ ਉੱਪਰ ਜਿਹੜਾ ਹੈਗਾ ਰੋਟੇਟਿੰਗ ਡਰਮ ਲੱਗਿਆ ਹੋਇਆ। ਓਕੇ, ਅਤੇ ਇਸ ਜਿਹੜਾ ਹੈਗਾ ਲਾਰਜ ਮਾਸ ਦਾ ਜਿਹੜਾ ਆਇਰਨ ਦਾ ਟੁਕੜਾ, ਇਹਦੇ ਨਾਲ ਇੱਕ ਛੋਟਾ ਜਿਹਾ ਪੈਨ ਲੱਗਿਆ ਹੋਇਆ।
ਪੈਨ ਤੇ ਤੋਂ ਇਹ ਜਿਹੜਾ ਹੈਗਾ ਧਰਤੀ 'ਤੇ ਜਦੋਂ ਸ਼ੇਕਿੰਗ ਹੁੰਦੀ ਹੈ, ਸ਼ੇਕਿੰਗ ਹੋਣ ਦੇ ਨਾਲ ਜਿਹੜਾ ਸਪਰਿੰਗ ਹੈ ਉਹ ਹਿੱਲਦਾ ਬੇਟਾ, ਠੀਕ ਹੈ। ਸਪਰਿੰਗ ਦੇ ਮੂਵ ਹੋਣ ਨਾਲ ਇਹਦੇ 'ਤੇ ਪ੍ਰੈਸ਼ਰ ਆਉਂਦਾ, ਅਤੇ ਪ੍ਰੈਸ਼ਰ ਜਿਹੜਾ ਹੈਗਾ, ਜਿਹੜਾ ਇਹ ਰੋਟੇਟਿੰਗ ਡਰਮ ਹੁੰਦਾ ਇਹਦੇ ਪੈਨ ਦੇ ਨਾਲ ਇਹਦੇ ਤੋਂ ਵੇਵਜ਼ ਡਰੋ ਹੁੰਦੀਆਂ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਵੇਵਜ਼ ਦੀ ਜਿਹੜੀ ਲੈਂਥ ਹੈ ਉਹਨੂੰ ਮੇਜ਼ਰ ਕਰ ਸਕਦੇ ਹਾਂ, ਓਕੇ। ਅਤੇ ਨੈਕਸਟ ਹੈਗਾ ਬੇਟਾ ਜਿਹੜੀ ਰਿਕਟਰ ਸਕੇਲ ਹੈ ਉਹਦੀ ਰੇਂਜ ਹੈਗੀ 0 ਤੋਂ 9, ਠੀਕ ਹੈ। 0 ਇਹਦੀ ਮਿਨੀਮਮ ਰੇਂਜ ਹੁੰਦੀ ਹੈ ਅਤੇ 9 ਇਹਦੀ ਮੈਕਸੀਮਮ ਰੇਂਜ ਹੁੰਦੀ ਹੈ ਬੇਟਾ ਰਿਕਟਰ ਸਕੇਲ ਦੀ, ਓਕੇ। ਅਤੇ ਜਿਹੜਾ ਇਹਦਾ 1 ਡਿਫਰੈਂਸ ਹੈ, ਠੀਕ ਹੈ, 1 ਪੁਆਇੰਟ ਦਾ ਜਿਹੜਾ ਡਿਫਰੈਂਸ ਹੈ ਉਹ 10 ਟਾਈਮਸ ਜਿਹੜਾ ਹੈਗਾ ਗ੍ਰੇਟਰ ਹੁੰਦਾ ਇੱਕ ਨਾਲੋਂ। ਫਾਰ ਐਗਜ਼ਾਮਪਲ ਜੇ ਇੱਕ ਤੋਂ ਦੂਸਰੇ ਰਿਕਟਰ ਸਕੇਲ 'ਤੇ ਜਾਂਦੇ ਆਪਾਂ ਤਾਂ 10 ਟਾਈਮਸ ਜ਼ਿਆਦਾ ਉਹਦੀ ਇੰਟੈਂਸਿਟੀ ਹੋ ਜਾਏਗੀ, ਠੀਕ ਹੈ। ਜੇ 4 ਰਿਕਟਰ ਸਕੇਲ ਦਾ ਬੇਟਾ ਅਰਥਕੁਇਕ ਆਇਆ ਤਾਂ ਉਹ 5 ਅਤੇ ਉਸ ਤੋਂ ਬਾਅਦ ਜੇ 5 ਦਾ ਆਇਆ, ਅਤੇ ਜੇ 4 ਅਤੇ 5 ਦੇ ਵਿੱਚ ਜਿਹੜਾ ਇੰਟੈਂਸਿਟੀ ਦਾ ਉਹ 10 ਟਾਈਮਸ ਦਾ ਫਰਕ ਪਏਗਾ। ਮੀਨਜ਼ ਉਹ 4 ਵਾਲੇ ਅਰਥਕੁਇਕ ਨਾਲੋਂ ਜਿਹੜਾ 5 ਵਾਲਾ ਅਰਥਕੁਇਕ ਹੈ ਉਹ 4 ਵਾਲੇ ਨੂੰ 10 ਗੁਣਾ ਜ਼ਿਆਦਾ ਡੇਂਜਰਸ ਹੋਏਗਾ, ਓਕੇ। ਤਾਂ ਅਰਥਕੁਇਕ ਜਿਹੜਾ ਹੈਗਾ ਬੇਟਾ ਜ਼ਿਆਦਾ ਇੰਟੈਂਸਿਟੀ ਜਿਹੜੀ ਹੈਗੀ ਹੈ 6 ਤੋਂ ਉੱਪਰ ਹੁੰਦੀ ਹੈ, ਜਿਹੜੀ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ, ਡਿਸਟਰਕਟਿਵ ਹੁੰਦੀ ਹੈ, ਓਕੇ। ਅਤੇ ਜੇ ਵਰਲਡ ਦੀ ਆਪਾਂ ਗੱਲ ਕਰੀਏ ਦੁਨੀਆ ਦੀ ਬੇਟਾ, ਤਾਂ ਮੋਰ ਦੈਨ 1 ਮਿਲੀਅਨ ਅਰਥਕੁਇਕ ਆਰ ਰਿਕਾਰਡਡ ਐਵਰੀ ਈਅਰ, ਠੀਕ ਹੈ। ਤਾਂ ਹਰ ਇੱਕ ਸਾਲ ਜਿਹੜਾ ਹੈਗਾ 1 ਮਿਲੀਅਨ ਤੋਂ ਉੱਪਰ ਜਿਹੜੇ ਹੈਗੇ ਆ ਅਰਥਕੁਇਕ ਦੁਨੀਆ ਦੇ ਉੱਪਰ ਆ ਜਾਂਦੇ ਆ ਬੇਟਾ, ਠੀਕ ਹੈ। ਤੋ ਦ ਸਲੋ ਐਂਡ ਮਿਲਡ ਟ੍ਰੈਮੋਰਸ ਆਰ ਮੋਰ ਫਰੀਕੁਐਂਟਲੀ ਐਂਡ ਆਰ ਜਨਰਲੀ ਨਾਟ ਨੋਟਿਸ, ਠੀਕ ਹੈ। ਬਟ ਕੀ ਹੁੰਦਾ ਕਿ ਜਿਹੜੀਆਂ ਸਲੋ ਅਤੇ ਮਿਲਡ ਹੈ ਨਾ, ਮਿਲਡ ਹੁੰਦਾ ਮੋਡਰੇਟ, ਠੀਕ ਹੈ। ਜਿਹੜੀਆਂ ਹੌਲੀ ਅਤੇ ਮੋਡਰੇਟ ਟ੍ਰੈਮੋਰ ਮੀਨਸ ਹੁੰਦਾ ਵੇਵਸ, ਠੀਕ ਹੈ। ਅਰਥਕੁਇਕ ਵੇਵਸ ਹੁੰਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਬੇਟਾ ਜਨਰਲੀ ਨੋਟਿਸ ਨਹੀਂ ਕੀਤਾ ਜਾਂਦਾ, ਠੀਕ ਹੈ। ਅਤੇ ਜਿਹੜੇ ਲਾਰਜ ਜਿਹੜਾ ਹੈਗਾ ਕੁਆਂਟਿਟੀ ਵਾਲੇ ਹੁੰਦੇ ਆ ਉਹਨਾਂ ਨੂੰ ਆਪਾਂ ਫੀਲ ਕਰਦੇ ਹਾਂ, ਠੀਕ ਹੈ। ਤਾਂ ਇਹਨਾਂ ਦੀ ਜਿਹੜੀ ਅਰਥਕੁਇਕ ਦੀ ਇੰਟੈਂਸਿਟੀ ਇਹਨੂੰ ਕਿਹਦੇ ਉੱਪਰ ਮੇਜ਼ਰ ਕੀਤਾ ਜਾਂਦਾ, ਹਿਊਮਨ ਲਾਈਫ ਦੀ ਇਫੈਕਟ ਦੇ ਉੱਪਰ, ਠੀਕ ਹੈ। ਕਿ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹਿਊਮਨ ਲਾਈਫ ਨੂੰ, ਉਹਦੇ 'ਤੇ ਆਪਾਂ ਜਿਹੜਾ ਹੈਗਾ ਅਰਥਕੁਇਕ ਦੀ ਆਪਾਂ ਜਿਹੜੀ ਇੰਟੈਂਸਿਟੀ ਨੂੰ ਮੇਜ਼ਰ ਕਰਦੇ ਹਾਂ ਵੀ ਹਾਂ ਕਿੰਨਾ ਖਤਰਨਾਕ ਸੀਗਾ, ਓਕੇ। ਤੋ ਵੋਲਕੈਨੋਜ਼ ਵਾਇਲੈਂਟ ਅਰਥਕੁਇਕਸ ਕੌਜ਼ ਸੀਰੀਅਸ ਡੈਮੇਜ ਟੂ ਲਾਈਫ ਐਂਡ ਪ੍ਰੋਪਰਟੀ, ਠੀਕ ਹੈ। ਜਿਹੜੇ ਵਾਇਲੈਂਟ ਅਰਥਕੁਇਕਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਬੇਟਾ ਪ੍ਰੋਪਰਟੀ ਨੂੰ ਵੀ, ਅਤੇ ਜਿਹੜਾ ਹੈਗਾ ਲਾਈਫ ਨੂੰ ਵੀ, ਮੀਨਸ ਹਿਊਮਨ ਬੀਇੰਗ ਅਤੇ ਐਨੀਮਲਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਅਤੇ ਮੇ ਕੌਜ਼ ਲੈਂਡਸਲਾਈਡ ਇਨ ਹਿੱਲੀ ਏਰੀਆਜ਼, ਕਰੈਕਸ ਇਨ ਅਰਥ ਕਰਸਟ, ਠੀਕ ਹੈ। ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਨੇ, ਲੈਂਡਸਲਾਈਡ ਹੋ ਸਕਦੀ ਹੈ, ਕਰੈਕਸ ਦਰਾੜਾਂ ਪੈ ਸਕਦੀਆਂ ਨੇ ਕਰਸਟ ਦੇ ਉੱਪਰ, ਠੀਕ ਹੈ। ਬਸਟਿੰਗ ਆਫ ਰਿਵਰਸ ਦੇ ਡੈਮ ਜਿਹੜੇ ਟੁੱਟ ਸਕਦੇ ਨੇ, ਬਲੋਕਿੰਗ ਆਫ ਰਿਵਰਸ ਬੰਦ ਹੋ ਸਕਦੀਆਂ ਨੇ, ਰੇਜ਼ ਆਫ ਲੋਅਰਿੰਗ ਆਫ ਸੀ ਫਲੋਰ, ਠੀਕ ਹੈ। ਜਿਹੜਾ ਸੀ ਫਲੋਰ ਹੈ ਲੋਅਰ ਹੋ ਸਕਦਾ, ਚਾਹੇ ਰੇਜ਼ ਹੋ ਸਕਦਾ, ਵੱਧ ਵੀ ਸਕਦਾ, ਘੱਟ ਵੀ ਸਕਦਾ, ਠੀਕ ਹੈ। ਨੈਕਸਟ ਹੈਗਾ ਡਿਸਟਰੀਬਿਊਸ਼ਨ ਆਫ ਅਰਥਕੁਇਕਸ, ਠੀਕ ਹੈ। ਜਿਹੜੀ ਅਰਥਕੁਇਕਸ ਦੇ ਆਪਾਂ ਕਿੰਨੇ ਜਿਹੜੀ ਹੈਗੀ ਆ ਜਿਹੜੀ ਜੋਗ੍ਰਾਫੀਕਲ ਹੈ ਉਹ ਕਿੰਨੀਆਂ ਡਿਵੀਜ਼ਨ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ। ਬੇਸਿਕਲੀ ਇਹਦੀਆਂ ਜਿਹੜੀਆਂ ਹੈਗੀਆਂ 3 ਡਿਵੀਜ਼ਨਸ ਨੇ ਬੇਟਾ, ਠੀਕ ਹੈ। ਫਸਟ ਹੈਗੀ ਜਿਹੜੀ ਸਰਕਮ ਪੈਸੀਫਿਕ ਬੈਲਟ ਹੈ। ਸਰਕਮ ਪੈਸੀਫਿਕ ਬੈਲਟ ਇਨਕਲੂਡਸ ਦਾ ਕੋਸਟਲ ਮਾਰਜਨ ਆਫ ਦਾ ਨਾਰਥ ਅਮਰੀਕਾ, ਸਾਊਥ ਅਮਰੀਕਾ ਐਂਡ ਈਸਟ ਏਸ਼ੀਆ, ਠੀਕ ਹੈ। ਜਿਹੜੀ ਨਾਰਥ ਅਮਰੀਕਾ ਸਾਊਥ, ਇਹ ਮੈਪ ਦੇ ਉੱਪਰ ਆਪਾਂ ਨੂੰ ਦਿਖਾਇਆ ਵੀ ਗਿਆ, ਠੀਕ ਹੈ। ਬਟ ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਵਾਲੀ ਇਹ ਸਾਰੀ ਬੈਲਟ ਇੱਧਰੋਂ ਜਾ ਕੇ ਫਿਰ ਇਹ ਪੈਸੀਫਿਕ ਓਸ਼ੀਅਨ ਦੇ ਵਿੱਚ ਦੀ ਜਾ ਕੇ ਇੱਧਰ ਜਿਹੜਾ ਹੈਗਾ ਉੱਪਰ ਜਿਹੜਾ ਹੈਗਾ ਏਸ਼ੀਆ ਦੇ ਨਾਲ ਜੁਆਇਨ ਹੋ ਜਾਂਦੀ, ਜਿਹਦੇ ਫਿਰ ਇਹ ਜਾਪਾਨ ਕੰਟਰੀ ਦੇ ਵਿੱਚ ਲੰਘਦੀ ਹੋਈ ਇਸ ਤਰ੍ਹਾਂ ਸਾਊਥ ਈਸਟ ਏਸ਼ੀਆ ਦੇ ਵਿੱਚ ਚਲੀ ਜਾਂਦੀ ਹੈ। ਇਹ ਸਾਰੀ ਕੀ ਹੈ ਬੇਟਾ ਸਰਕਮ ਪੈਸੀਫਿਕ ਬੈਲਟ ਹੈਗੀ, ਠੀਕ ਹੈ। ਸਰਕਮ ਪੈਸੀਫਿਕ ਬੈਲਟ ਹੈ ਜਿਹੜੀ ਇਹ ਬਹੁਤ ਜ਼ਿਆਦਾ ਡੇਂਜਰਸ ਹੈ। ਆਲਮੋਸਟ 65% ਜਿਹੜੇ ਅਰਥਕੁਇਕਸ ਨੇ ਦੁਨੀਆ ਦੇ ਉਹ ਇਹਦੇ 'ਚ ਆਉਂਦੇ ਨੇ, ਠੀਕ ਹੈ। ਇਹ ਬੈਲਟ ਹੈ ਜਿਹੜੀ ਕੋਨਸਾਈਡ ਹੁੰਦੀ ਹੈ, ਮੀਨਸ ਮਿਲਦੀ ਹੈ ਕਿਹਦੇ ਨਾਲ ਜਾ ਕੇ ਪੈਸੀਫਿਕ ਰਿੰਗ ਆਫ ਫਾਇਰ, ਠੀਕ ਹੈ। ਪੈਸੀਫਿਕ ਰਿੰਗ ਆਫ ਫਾਇਰ ਕੀ ਸੀਗਾ ਜਿਹੜਾ ਕਿ ਆਪਾਂ ਪੜ੍ਹਿਆ ਸੀ, ਵੋਲਕੈਨੋ ਦਾ ਇੱਕ ਜਿਹੜਾ ਹੈਗਾ ਗੋਲ ਜਿਹੜੀ ਰਿੰਗ ਬਣੀ ਹੋਈ ਹੈ ਬੇਟਾ ਅਰਥ ਦੇ ਉੱਪਰ, ਠੀਕ ਹੈ। ਤਾਂ ਨੈਕਸਟ ਜਿਹੜੀ ਸੈਕਿੰਡ ਟਾਈਪ ਹੈਗੀ ਹੈ ਬੇਟਾ ਉਹ ਹੈਗੀ ਹੈ ਮਿਡ ਕੰਟੀਨੈਂਟਲ ਬੈਲਟਸ, ਓਕੇ। ਜਿਹੜੀ ਮਿਡ ਕੰਟੀਨੈਂਟ ਬੈਲਟ ਹੈ ਬੇਟਾ ਇਨਕਲੂਡ ਹੈਗੀ ਐਲਪਲਾਈਨ ਮਾਊਂਟੇਨਸ, ਮੈਡੀਟੇਰੀਅਨ ਸੀ ਆ ਗਿਆ, ਨਾਰਥ ਐਂਡ ਈਸਟਰਨ ਅਫਰੀਕਾ ਆ ਗਿਆ, ਅਤੇ ਹਿਮਾਲਿਆਜ਼ ਆ ਗਏ ਇਹਦੇ ਵਿੱਚ, ਓਕੇ। ਆਹ ਵਾਲੀ ਜਿਹੜੀ ਹੈਗੀ ਹੈ ਸਾਰੀ ਅਫਰੀਕਾ ਵਾਲੀ ਬੈਲਟ ਅਤੇ ਆਹ ਹਿਮਾਲਿਆ ਵਾਲੀ ਬੈਲਟ ਜਿਹੜੀ ਹੈਗੀ ਹੈ ਇਹ ਸਾਰੀ ਕੀ ਹੈ ਬੇਟਾ ਮਿਡ ਕੰਟੀਨੈਂਟਲ ਬੈਲਟ ਹੈਗੀ, ਠੀਕ ਹੈ। ਇਹਦੇ ਜਿਹੜਾ 25% ਜਿਹੜੇ ਹੈਗੇ ਆ ਅਬਾਊਟ ਜਿਹੜੇ ਭੂਚਾਲ ਨੇ ਬੇਟਾ ਉਹ ਮਿਡ ਕੰਟੀਨੈਂਟ ਬੈਲਟ ਦੇ ਵਿੱਚ ਆਉਂਦੇ ਆ। ਜਿਹੜੀ ਲਾਸਟ ਹੈਗੀ ਹੈ ਮਿਡ ਐਟਲਾਂਟਿਕ ਰਿਜ ਬੈਲਟ ਹੈਗੀ ਹੈ, ਓਕੇ। ਮਿਡ ਐਟਲਾਂਟਿਕ ਰਿਜ ਬੈਲਟ ਇਨਕਲੂਡਸ ਦਾ ਮਿਡ ਐਟਲਾਂਟਿਕ ਰਿਜ ਐਂਡ ਐਡਜੋਇਨਿੰਗ ਆਈਲੈਂਡਸ, ਠੀਕ ਹੈ। ਸੈਂਟਰ ਵਾਲਾ ਪਾਰਟ ਹੈ ਬੇਟਾ ਅਰਥ ਦਾ, ਠੀਕ ਹੈ। ਆਹ ਐਟਲਾਂਟਿਕ ਓਸ਼ੀਅਨ ਆ ਗਿਆ, ਆਹ ਵਾਲੀ ਜਿਹੜੀ ਬੈਲਟ ਆ ਗਈ, ਅਤੇ ਆਹ ਜਿਹੜੇ ਇਹਦੇ ਨਾਲ ਵਾਲੇ ਆਈਲੈਂਡਸ ਆ ਗਏ, ਇਹ ਸਾਰੀ ਬੈਲਟ ਇਹ ਜਿਹੜਾ ਹੈਗਾ 3rd ਕੈਟਾਗਰੀ ਹੈ ਜਿੱਥੇ ਕਿ ਜ਼ਿਆਦਾ ਭੂਚਾਲ ਆਉਂਦੇ ਨੇ, ਠੀਕ ਹੈ।
ਇਟ ਰਿਕਾਰਡਸ ਮੋਡਰੇਟ ਅਰਥਕੁਇਕਸ, ਬਟ ਜਿਹੜੀ ਮਿਡ ਐਟਲਾਂਟਿਕ ਰੀਜ ਹੈ ਬੇਟਾ ਇਹਦੇ ਵਿੱਚ ਥੋੜ੍ਹੇ ਮੋਡਰੇਟ ਅਰਥਕੁਇਕ ਹੀ ਆਉਂਦੇ ਨੇ, ਠੀਕ ਹੈ, ਵਿਚ ਆਰ ਕਾਜ਼ਡ ਡਿਊ ਟੂ ਦਾ ਮੂਵਿੰਗ ਆਫ ਲਿਥੋਸਫੀਰਿਕ ਪਲੇਟਸ ਇਨ ਦਾ ਆਪੋਜਿਟ ਡਾਇਰੈਕਸ਼ਨ, ਠੀਕ ਹੈ। ਇਹਦਾ ਕਾਰਨ ਕੀ ਹੈ, ਇਹਨਾਂ ਦੀ ਇੰਟੈਂਸਿਟੀ ਮੋਡਰੇਟ ਕਿਉਂ ਹੁੰਦੀ ਹੈ, ਘੱਟ ਕਿਉਂ ਹੁੰਦੀ ਹੈ, ਕਿਉਂਕਿ ਜਿਹੜੀ ਇਹਦੀਆਂ ਲਿਥੋਸਫੀਰਿਕ ਪਲੇਟਸ ਨੇ ਨਾ ਉਹ ਉਲਟ ਦਿਸ਼ਾ ਦੇ ਵਿੱਚ ਜਿਹੜੀ ਹੈਗੀਆਂ ਮੂਵ ਕਰਦੀਆਂ ਨੇ, ਓਕੇ। ਦਾ ਅਰਥਕੁਇਕ ਬੈਲਟ ਇਨ ਇੰਡੀਆ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਮੇਨਲੀ ਹਿਮਾਲਿਆ ਰੀਜਨ ਅਤੇ ਗੰਗਾ ਬ੍ਰਹਮਪੁੱਤਰਾ ਵੈਲੀ ਦੇ ਵਿੱਚ ਹੈ, ਠੀਕ ਹੈ। ਗੰਗਾ ਬ੍ਰਹਮਪੁੱਤਰਾ ਵੈਲੀ ਮੀਨਸ ਆਪਾਂ ਕਹਿ ਸਕਦੇ ਹਾਂ ਪੰਜਾਬ, ਹਰਿਆਣਾ, ਦਿੱਲੀ, ਠੀਕ ਹੈ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਵੈਸਟ ਬੰਗਾਲ ਅਤੇ 7 ਸਿਸਟਰਸ ਆ ਗਈਆਂ ਬੇਟਾ ਇਹਦੇ ਵਿੱਚ, ਓਕੇ। ਤਾਂ ਬਾਕੀ ਹਿਮਾਲਿਆ ਦਾ ਰੀਜਨ ਜਿਵੇਂ ਜੰਮੂ ਐਂਡ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼, ਠੀਕ ਹੈ, ਉੱਤਰਾਖੰਡ ਦਾ ਕੁਛ ਏਰੀਆ, ਇਹ ਸਾਰਾ ਏਰੀਆ ਕੀ ਹੈ, ਸਿੱਕਮ ਵਗੈਰਾ, ਇਹ ਸਾਰੇ ਨੇ ਕੀ ਨੇ ਬੇਟਾ ਆਪਣੇ ਮੇਨਲੀ ਅਰਥਕੁਇਕ ਬੈਲਟ ਹੈਗੀ। ਅਬਾਊਟ 2/3 ਆਫ ਇੰਡੀਆ 'ਚ ਅਰਥਕੁਇਕ ਪ੍ਰੋਨ, ਠੀਕ ਹੈ, ਪ੍ਰੋਨ ਮੀਨ ਸੀਰੀਅਸ ਹੁੰਦੇ ਜਿਹੜੇ 2/3 ਅਰਥਕੁਇਕ ਹੁੰਦੇ ਨੇ ਆਪਣੇ। ਇਨ ਦ ਲਾਸਟ 50 ਈਅਰਸ ਅਰਥਕੁਇਕ ਟ੍ਰੇਮੋਰਸ ਹੈਵ ਬੀਨ ਐਕਸਪੀਰੀਅੰਸ ਈਵਨ ਇਨ ਦਾ ਡੈਕਨ ਪਲੇਟੂ ਆਲਸੋ, ਠੀਕ ਹੈ। ਡੈਕਨ ਪਲੇਟੂ ਜਿਹੜਾ ਆਪਣਾ ਸਾਊਥਰਨ ਇੰਡੀਆ, ਉੱਥੇ ਵੀ ਲਾਸਟ 50 ਈਅਰਸ ਤੋਂ ਕੀ ਹੈ ਅਰਥਕੁਇਕ ਦੀਆਂ ਜਿਹੜੀਆਂ ਟ੍ਰੇਮੋਰਸ ਮੀਨਸ ਵੇਵਸ ਨੇ ਉਹ ਮਹਿਸੂਸ ਕੀਤੀਆਂ ਗਈਆਂ ਨੇ, ਬਟ ਉਹਨਾਂ ਦੀ ਜਿਹੜੀ ਇੰਟੈਂਸਿਟੀ ਆ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਜਿਹੜੀ ਹੈਗੀ ਲੋ ਹੁੰਦੀ ਹੈ, ਠੀਕ ਹੈ। ਦਾ ਬਿਊਰੋ ਆਫ ਇੰਡੀਅਨ ਸਟੈਂਡਰਡ ਹੈਜ਼ ਡਿਵਾਈਡਡ ਇੰਡੀਆ ਇਨਟੂ 5 ਅਰਥਕੁਇਕ ਜ਼ੋਨਸ, ਠੀਕ ਹੈ। ਤਾਂ ਇੰਡੀਆ ਦਾ ਆਪਾਂ ਮੈਪ ਦੇਖਦੇ ਹਾਂ ਉੱਪਰ, ਇੰਡੀਆ ਨੂੰ ਪੂਰੇ ਨੂੰ 5 ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਗਿਆ, ਠੀਕ ਹੈ। ਇਹ ਜਿਹੜਾ ਹਲਕਾ ਯੈਲੋ ਕਲਰ ਹੈ ਇਹ ਵਾਲਾ ਪਾਰਟ, ਠੀਕ ਹੈ, ਇਹ ਜਿਹੜੀ ਜ਼ੋਨ 1 ਹੈ ਜਿਹੜੀ ਕਿ ਸਭ ਤੋਂ ਘੱਟ ਇੰਟੈਂਸਿਟੀ ਵਾਲੇ ਅਰਥਕੁਇਕ ਆਉਂਦੇ ਨੇ ਬੇਟਾ, ਠੀਕ ਹੈ। ਫਿਰ ਜ਼ੋਨ 2 ਵਾਲਾ ਇਹਦੇ ਨਾਲ ਵਾਲਾ ਏਰੀਆ ਆ ਗਿਆ, ਇਸ ਏਰੀਏ ਦੇ ਨਾਲ ਵਾਲਾ ਏਰੀਆ ਆ ਗਿਆ ਜ਼ੋਨ 2 ਹੈ। ਇਸ ਤੋਂ ਥੋੜ੍ਹਾ ਬਹੁਤ ਜ਼ਿਆਦਾ ਇੰਟੈਂਸਿਟੀ ਵਾਲੇ ਇੱਕ ਫਿਰ ਹੈ ਜਿਹੜਾ ਥੋੜ੍ਹਾ ਔਰੇਂਜ ਦਾ ਏਰੀਆ ਆ ਗਿਆ ਸਾਰਾ, ਇਹ ਕੀ ਹੈ ਥੋੜ੍ਹੀ ਜਿਹੀ ਮੋਡਰੇਟ ਇੰਟੈਂਸਿਟੀ ਵਾਲੇ ਇੱਥੇ ਭੂਚਾਲ ਆਉਂਦੇ ਨੇ। ਫਿਰ ਜਿਹੜਾ ਬੇਟਾ ਇਹ ਗ੍ਰੇ ਕਲਰ ਦਾ ਜਿਹੜਾ ਏਰੀਆ ਆ ਗਿਆ ਜਿਹਦੇ ਵਿੱਚ ਕਿ ਮੋਸਟਲੀ ਜੰਮੂ ਐਂਡ ਕਸ਼ਮੀਰ, ਕਿਹੜੇ ਪੰਜਾਬ ਹਰਿਆਣਾ ਦਾ ਪਾਰਟ ਆ ਗਿਆ, ਅਤੇ ਕੁਛ ਯੂਪੀ ਬਿਹਾਰ ਦਾ ਪਾਰਟ ਆ ਗਿਆ, ਵੈਸਟ ਬੰਗਾਲ ਦਾ ਪਾਰਟ ਆ ਗਿਆ, ਅਤੇ ਥੋੜ੍ਹਾ ਜਿਹਾ ਗੁਜਰਾਤ ਦਾ ਪਾਰਟ ਆ ਗਿਆ, ਐਂਡ ਥੋੜ੍ਹਾ ਜਿਹਾ ਮਹਾਰਾਸ਼ਟਰ ਦਾ ਪਾਰਟ ਵੀ ਹੈ। ਇਹ ਕੀ ਹੈ ਜ਼ੋਨ 4 ਹੈ ਆਪਣੀ, ਜਿਹੜੀ ਕਿ ਖਤਰਨਾਕ ਹੈਗੀ ਆ, ਅਤੇ ਇੱਥੇ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਅਰਥਕੁਇਕ ਆਉਂਦੇ ਰਹਿੰਦੇ ਨੇ ਬੇਟਾ। ਬਟ ਜਿਹੜੀ ਲਾਸਟ ਜ਼ੋਨ ਹੈਗੀ, ਠੀਕ ਹੈ, ਪੂਰੀ ਡਾਰਕ ਗ੍ਰੇ ਵਾਲੀ ਹੈ, ਜਿਹਦੇ ਵਿੱਚ 7 ਸਿਸਟਰ ਆ ਗਈਆਂ, ਅੰਡੇਮਾਨ ਨਿਕੋਬਾਰ ਆ ਗਿਆ, ਠੀਕ ਹੈ, ਗੁਜਰਾਤ ਦਾ ਜਿਹੜਾ ਥੋੜ੍ਹਾ ਪਾਰਟ ਆ ਗਿਆ, ਇਸ ਤੋਂ ਇਲਾਵਾ ਹਿਮਾਚਲ ਦਾ ਪਾਰਟ ਆ ਗਿਆ, ਠੀਕ ਹੈ, ਉੱਤਰਾਖੰਡ ਦਾ ਥੋੜ੍ਹਾ ਪਾਰਟ ਆ ਗਿਆ, ਐਂਡ ਥੋੜ੍ਹਾ ਜਿਹਾ ਪਾਰਟ ਜਿਹੜਾ ਬਿਹਾਰ ਅਤੇ ਉਸ ਤੋਂ ਬਾਅਦ ਸਿੱਕਮ ਵਗੈਰਾ ਆ ਗਿਆ ਇਹਦੇ ਵਿੱਚ, ਠੀਕ ਹੈ, ਥੋੜ੍ਹਾ ਪਾਰਟ ਅਸਾਮ ਦਾ ਵੀ ਰਹਿ ਜਾਂਦਾ ਉੱਪਰ। ਤਾਂ ਇਹ ਕੀ ਹੈ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਨ ਜਿਹੜੀ ਹੈਗੀ ਹੈ ਜ਼ੋਨ ਹੈਗੀ ਹੈ ਇੰਡੀਆ ਦੀ, 5th ਜ਼ੋਨ ਹੈ ਜਿਹੜੀ, ਜਿੱਥੇ ਕਿ ਜ਼ਿਆਦਾ ਨੁਕਸਾਨ ਵਾਲੇ ਭੂਚਾਲ ਆਉਂਦੇ ਨੇ ਬੇਟਾ, ਅਰਥਕੁਇਕਸ ਆਉਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਇੱਕ ਐਗਜ਼ਾਮਪਲ ਦੇਖਦੇ ਆਪਾਂ 2001 ਦੇ ਵਿੱਚ ਜਿਹੜਾ ਹੋਇਆ ਸੀ ਭੁੱਜ, ਗੁਜਰਾਤ ਦੇ ਵਿੱਚ ਸਿਟੀ ਹੈ ਬੇਟਾ, ਉੱਥੇ ਭੂਚਾਲ ਆਇਆ ਸੀ, ਠੀਕ ਹੈ। ਅ ਸੀਵਰ ਅਰਥਕੁਇਕ ਸਟਰਕ ਦਾ ਕਸ਼ ਰੀਜਨ ਆਫ ਗੁਜਰਾਤ ਐਟ 8:45 AM ਔਨ 26 ਜਨਵਰੀ 2001, ਠੀਕ ਹੈ। ਤਾਂ 2001 ਨੂੰ ਸੁਬਾਹ 8:45 'ਤੇ ਬੇਟਾ ਗੁਜਰਾਤ ਦੇ ਵਿੱਚ ਜਿਹੜਾ ਹੈਗਾ ਭੂਚਾਲ ਆਇਆ ਸੀਗਾ, ਓਕੇ, ਬਹੁਤ ਜ਼ਿਆਦਾ ਸਵੇਰ ਸੀਗਾ ਇਹ, ਠੀਕ ਹੈ। ਇਹਦਾ ਹੁਣ ਕਾਰਨ ਕੀ ਸੀਗਾ, ਡਿਊ ਟੂ ਅਰਥਕੁਇਕ ਹਾਈ ਰਾਈਜ਼ ਬਿਲਡਿੰਗਸ ਕੋਲੈਪਸ, ਠੀਕ ਹੈ। ਹਾਈ ਰਾਈਜ਼ ਬਿਲਡਿੰਗ ਮੀਨ ਉੱਪਰ ਮੀਨਸ ਕਾਫੀ ਜ਼ਿਆਦਾ ਉੱਚੀਆਂ ਬਿਲਡਿੰਗ ਸੀਗੀਆਂ, ਠੀਕ ਹੈ, ਉਹ ਕੋਲੈਪਸ ਹੋ ਗਈਆਂ। ਕਮਿਊਨੀਕੇਸ਼ਨ ਦੇ ਜਿਹੜੇ ਟਾਵਰਸ ਵਗੈਰਾ ਉਹ ਸਾਰੇ ਡੈਮੇਜ ਹੋ ਗਏ ਬੇਟਾ। ਪਾਵਰ ਲਾਈਨਸ ਮੀਨਸ ਬਿਜਲੀ ਦੀਆਂ ਜਿਹੜੀਆਂ ਤਾਰਾਂ ਵਗੈਰਾ, ਲਾਈਨਸ ਵਗੈਰਾ ਉਹ ਖਰਾਬ ਹੋ ਗਈਆਂ ਸੀ, ਠੀਕ ਹੈ। ਉੱਪਰ ਪਿਕਚਰ ਵੀ ਦਿਖਾਈ ਗਈ ਹੈ ਕਿਸ ਤਰ੍ਹਾਂ 2 ਬਿਲਡਿੰਗਸ ਜਿਹੜੀਆਂ ਆਪਸ ਦੇ ਵਿੱਚ ਕਰੈਸ਼ ਹੋ ਗਈਆਂ, ਠੀਕ ਹੈ। ਇਹ ਭੁੱਜ ਦੀ ਤਸਵੀਰ ਹੈ ਬੇਟਾ। ਤੋ ਇਸ ਤਰ੍ਹਾਂ ਟਰਾਂਸਪੋਰਟ ਸਿਸਟਮ ਹੋ ਗਿਆ ਸਾਰਾ, ਰੇਲਵੇ ਲਾਈਨਸ ਵਗੈਰਾ ਜਿਹੜਾ ਖਰਾਬ ਹੋ ਗਈਆਂ, ਰੋਡਸ ਵਗੈਰਾ ਟੁੱਟ ਗਈਆਂ, ਠੀਕ ਹੈ। ਸੈਂਟਰਲਮੈਂਟਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਡੈਮੇਜ ਹੋ ਗਈਆਂ ਸੀ ਬੇਟਾ, ਓਕੇ। ਦ ਐਪੀਸੈਂਟਰ ਵਾਜ਼ ਨੀਅਰ ਟੂ ਦ ਟਾਊਨ ਆਫ ਭੁੱਜ, ਠੀਕ ਹੈ। ਜਿਹੜਾ ਐਪੀਸੈਂਟਰ ਸੀਗਾ ਮੀਨਸ ਐਪੀਸੈਂਟਰ ਕਿੱਥੇ ਹੁੰਦਾ, ਸਰਫੇਸ 'ਤੇ ਹੁੰਦਾ, ਅਤੇ ਉਹ ਭੁੱਜ ਦੇ ਨੇੜੇ ਸੀਗਾ, ਓਕੇ। ਦ ਇੰਟੈਂਸਿਟੀ ਆਫ ਦਿਸ ਅਰਥਕੁਇਕ ਵਾਜ਼ ਮੇਜ਼ਰਡ ਐਟ 8.1 ਔਨ ਰਿਕਟਰ ਸਕੇਲ, ਠੀਕ ਹੈ। ਬਹੁਤ ਜ਼ਿਆਦਾ ਹਾਈ ਇੰਟੈਂਸਿਟੀ ਹੈ ਬੇਟਾ, 8.1 ਆਪਾਂ ਡਿਸਕਸ ਕੀਤਾ ਸੀ ਪਿੱਛੇ ਕਿ 6 ਤੋਂ ਉੱਪਰ ਬਹੁਤ ਡੇਂਜਰਸ ਹੋ ਜਾਂਦੀ ਹੈ, ਠੀਕ ਹੈ। 8.1 ਜਿਹੜਾ ਹੈਗਾ ਇਹਨੂੰ ਸਕੇਲ 'ਤੇ ਲਾਂਚ ਜਿਹੜਾ ਹੈਗਾ ਰਿਕਾਰਡ ਕੀਤਾ ਗਿਆ ਸੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦੁਆਰਾ, ਓਕੇ। ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈਗਾ ਜਿਹੜਾ ਬੇਸਿਕਲੀ ਵੈਦਰ ਕੰਡੀਸ਼ਨਸ ਨੂੰ ਚੈੱਕ ਕਰਨ ਦੇ ਲਈ ਜਿਹੜਾ ਹੈਗਾ ਬਣਾਇਆ ਗਿਆ ਬੇਟਾ। ਅਬਾਊਟ 50,000 ਪੀਪਲ ਵਰ ਕਿਲਡ, ਠੀਕ ਹੈ, ਐਂਡ ਮੋਰ ਦੈਨ 5 ਲੱਖ ਵਰ ਐਡਵਰਸਲੀ ਇਫੈਕਟਡ, ਠੀਕ ਹੈ। ਐਡਵਰਸਲੀ ਹੁੰਦੇ ਬੈਡਲੀ ਇਫੈਕਟ ਹੋਏ ਸੀ, ਇੰਜਰਡ ਹੋਏ ਸੀ। ਦੇਰ ਵਰ ਲਾਰਜ ਸਕੇਲ ਡਿਸਟਰਕਸ਼ਨ ਆਫ ਪ੍ਰੋਪਰਟੀ ਇਨ ਭੁੱਜ, ਰਾਜਕੋਟ ਐਂਡ ਅਹਿਮਦਾਬਾਦ, ਠੀਕ ਹੈ। ਗੁਜਰਾਤ ਦੇ ਤਿੰਨੋਂ ਬਹੁਤ ਫੇਮਸ, ਅਹਿਮਦਾਬਾਦ ਤਾਂ ਕੈਪੀਟਲ ਸਿਟੀ ਹੈ ਬੇਟਾ, ਠੀਕ ਹੈ। ਤਿੰਨੋਂ ਜਿਹੜੇ ਸਿਟੀਜ਼ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ।
द रीजनस फॉर द भुज अर्थक्वेक वर, तो ये मेनली 3 रीजन ने, बहुत इंपॉर्टेंट ने, तुसीं याद करने बेटा है। सी फ्लोर स्प्रैडिंग एक तो इहदा, ठीक है, जी इंडियन ओशन है वह सी फ्लोर है जो स्प्रैड हो रहा है, की रेट किन्ने रेट हो रहा है बेटा 5 सेंटीमीटर पर ईयर, ठीक है। एक रीजन है ਉਹਦਾ ਜਿਹੜਾ ਸੀ ਦਾ ਫਲੋਰ ਹੈ ਮੀਨਸ ਸੀ ਦਾ ਲੈਵਲ ਉਹ ਇਨਕਰੀਜ਼ ਹੋ ਰਿਹਾ ਲਗਭਗ 5 ਸੈਂਟੀਮੀਟਰ ਹਰ ਸਾਲ ਇਨਕਰੀਜ਼ ਹੋ ਜਾਂਦਾ ਹੈ। ਸੈਕੰਡ ਰੀਜਨ ਹੈ ਬੇਟਾ ਗ੍ਰੈਜੂਅਲ ਨਾਰਥਵਰਡ ਮੂਵਮੈਂਟ ਆਫ ਦਾ ਇੰਡੀਅਨ ਪਲੇਟ, ਜਿਹੜੀ ਆਪਣੀ ਇੰਡੀਅਨ ਪਲੇਟ ਆ ਉਹਦੀ ਮੂਵਮੈਂਟ ਨਾਰਥ ਵੱਲ ਆ, ਉਹ ਹੌਲੀ ਹੌਲੀ ਮੂਵ ਕਰ ਰਹੀ ਹੈ। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਜਿਹੜੀਆਂ ਟੈਕਟੋਨਿਕ ਪਲੇਟਸ ਨੇ ਮੂਵ ਕਰ ਰਹੀਆਂ ਨੇ ਲੱਖਾਂ ਸਾਲਾਂ ਦੇ ਵਿੱਚ, ਇਹ ਮੂਵ ਕਰਕੇ ਅੱਜ ਪ੍ਰੈਜੈਂਟ ਕੰਟੀਨੈਂਟ ਦੇ ਫਾਰਮ ਦੇ ਵਿੱਚ ਹੈ, ਬਟ ਹੁਣ ਵੀ ਇਹ ਹੌਲੀ ਹੌਲੀ ਮੂਵ ਕਰ ਰਹੀਆਂ ਨੇ। ਓਕੇ, ਤਾਂ ਆਪਣੀ ਜਿਹੜੀ ਇੰਡੀਅਨ ਪਲੇਟ ਹੈ ਓਕੇ ਇਹ ਵੀ ਕੀ ਹੈ ਨਾਰਥ ਵੱਲ ਮੂਵ ਕਰ ਰਹੀ ਹੈ, ਇਹ ਵੀ ਇੱਕ ਰੀਜਨ ਹੈ ਇਹਦਾ, ਠੀਕ ਹੈ। ਥਰਡ ਰੀਜਨ ਕੀ ਸੀਗਾ ਬੇਟਾ, ਦ ਰੀਐਕਟੀਵੇਟਡ ਫਾਲਟ ਇਜ਼ ਬਿਲੋ ਦ ਸਰਫੇਸ ਇਨ ਦਾ ਕਸ਼ ਰੀਜਨ, ਠੀਕ ਹੈ। ਜਿਹੜਾ ਕਸ਼ ਦਾ ਰੀਜਨ ਸੀਗਾ ਗੁਜਰਾਤ ਦਾ, ਠੀਕ ਹੈ, ਉੱਥੇ ਜਿਹੜਾ ਨੀਚੇ ਅਰਥ ਦੀ ਸਰਫੇਸ ਦੇ ਨੀਚੇ ਸੀਗਾ ਕੁਛ ਰੀਐਕਟੀਵੇਟਡ ਫਾਲਟਸ ਕ੍ਰੀਏਟ ਹੋਏ, ਠੀਕ ਹੈ, ਐਕਸਪਲੋਜ਼ਨ ਹੋ ਗਿਆ, ਜਿਹਦਾ ਕਰਕੇ ਕੀ ਹੈ ਬਹੁਤ ਜ਼ਿਆਦਾ ਸ਼ੇਕਿੰਗ ਪੈਦਾ ਹੋ ਗਈ ਜਿਹੜੀ ਹੈਗੀ ਹੈ ਗੁਜਰਾਤ ਦੇ ਏਰੀਏ ਦੇ ਵਿੱਚ, ਠੀਕ ਹੈ। ਤਾਂ ਇੱਕ ਐਗਜ਼ਾਮਪਲ ਸੀ ਬੇਟਾ ਆਪਾਂ ਡਿਸਕਸ ਕੀਤੀ, ਜਿਹੜਾ ਕਿ ਆਪਣੇ ਇੰਡੀਆ ਦਾ ਸਭ ਤੋਂ ਡਿਸਟਰੋਏਬਲ ਜਿਹੜਾ ਹੈਗਾ ਅਰਥਕੁਇਕ ਸੀਗਾ ਬੇਟਾ, ਠੀਕ ਹੈ। तो now our chapter is over, ठीक है। I hope you have enjoyed the lesson. Thank you very much.